ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਫ਼ਰ ਸਾਂਝ। ਤੇ ਚਲੋ ਸਫ਼ਰ ਸਾਂਝ ਦੇ ਸਿਲਸਿਲੇ ਨੂੰ ਹੁਣ ਅੱਗੇ ਵਧਾਉਂਦੇ ਹਾਂ। ਤੁਹਾਡੀ ਸੁਣਦੇ ਹਾਂ ਤੇ ਆਪਣੀ ਬਾਤ ਪਾਉਂਦੇ ਹਾਂ। ਇਹ ਗੱਲ ਸਿਰਫ ਮੈਂ ਕਹਿਣ ਲਈ ਹੀ ਨਹੀਂ ਕਹਿ ਰਹੀ ਕਿ ਆਪਣੀ ਬਾਤ ਪਾਉਂਦੇ ਹਾਂ, ਸੱਚ ਵਿੱਚ ਲਾਗੂ ਕਰਨ ਦੀ ਗੱਲ ਕਰ ਰਹੀ ਹਾਂ ਜੀਓ। ਆਪਣੀ ਗੱਲ ਕਿਸੇ ਨੂੰ ਕਹਿ ਦੇਣੀ ਚਾਹੀਦੀ ਹੈ, ਆਪਣੀ ਤਕਲੀਫ ਕਿਸੇ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ, ਪਰ ਕਿਸ ਨਾਲ? ਕੋਈ ਹੋਣਾ ਵੀ ਤਾਂ ਚਾਹੀਦਾ ਹੈ ਦੁੱਖ ਤਕਲੀਫ ਸੁਣਨ ਵਾਲਾ। ਦੁਖੀ ਹੋ ਕੇ ਕਈ ਵਾਰ ਕੋਈ ਆਪਣੀ ਜਾਨ ਲੈ ਲੈਂਦਾ ਹੈ, ਆਤਮ ਹੱਤਿਆ ਕਰ ਲੈਂਦਾ ਹੈ, ਤੇ ਅਸੀਂ ਬੜੇ ਆਰਾਮ ਨਾਲ ਸਹਿਜੇ ਹੀ ਕਹਿ ਦਿੰਦੇ ਹਾਂ ਕਿ ਸ਼ਾਇਦ ਉਹ ਡਰਪੋਕ ਹੋਵੇਗਾ, ਕਾਇਰ ਹੋਵੇਗਾ। ਸਾਨੂੰ ਇਹ ਕਹਿਣ ਦਾ ਕਤਈ ਹੱਕ ਨਹੀਂ ਹੈ ਕਿ ਅਸੀਂ ਉਸਨੂੰ ਕਦੇ ਸੁਣਿਆ ਸੀ। ਨਹੀਂ ਨਾ, ਫਿਰ ਉਸ ਨੂੰ ਡਰਪੋਕ ਕਹਿਣ ਦਾ ਹੱਕ ਸਾਨੂੰ ਕਿਸਨੇ ਦਿੱਤਾ? ਤੇ ਜਦੋਂ ਉਹ ਤੁਰ ਜਾਂਦਾ ਹੈ, ਫਿਰ ਉਸ ਤੋਂ ਬਾਅਦ ਉਸ ਦੀਆਂ ਚੰਗਿਆਈਆਂ ਦੇ ਗੁਣਗਾਨ ਕੀਤੇ ਜਾਂਦੇ ਨੇ। ਉਸ ਦੇ ਜਨਾਜ਼ੇ 'ਤੇ ਇਹ ਬੋਲਣਾ ਤਾਂ ਅਸੀਂ ਬੜਾ ਜ਼ਰੂਰੀ ਸਮਝਦੇ ਹਾਂ ਕਿ ਉਹ ਬੜਾ ਹੀ ਚੰਗਾ ਆਦਮੀ ਸੀ। ਜੇ ਉਹ ਚੰਗਾ ਆਦਮੀ ਸੀ ਤਾਂ ਉਸੇ ਨੂੰ ਇਸ ਗੱਲ ਦਾ ਅਹਿਸਾਸ ਬੋਲ ਕੇ ਪਹਿਲਾਂ ਕਿਉਂ ਨਹੀਂ ਕਰਵਾਇਆ ਅਸੀਂ? ਉਦੋਂ ਅਸੀਂ ਕਿੱਥੇ ਸਾਂ? ਇੱਥੇ ਮੈਂ ਆਪ ਸਭ ਨਾਲ ਇੱਕ ਕਵਿਤਾ ਸਾਂਝੀ ਕਰਾਂਗੀ ਜੋ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਕਿਸੇ ਨੇ ਭਾਵੁਕ ਹੋ ਕੇ ਲਿਖੀ ਹੋਵੇਗੀ। ਸੁਸ਼ਾਂਤ ਉੱਚ ਦਰਜੇ ਦਾ ਪੜ੍ਹਿਆ ਹੋਇਆ ਇੱਕ ਬਹੁਤ ਹੀ ਹੋਣਹਾਰ ਅਭਿਨੇਤਾ ਸੀ। 34 ਵਰ੍ਹਿਆਂ ਦੇ ਇਸ ਗੱਭਰੂ ਦੀ ਮੌਤ ਦੇ ਸਹੀ ਕਾਰਨਾਂ ਦਾ ਤਾਂ ਅਜੇ ਤਾਈਂ ਪਤਾ ਨਹੀਂ ਲੱਗ ਸਕਿਆ। ਸੁਸ਼ਾਂਤ ਨੂੰ ਦਿੱਤੀ ਗਈ ਸ਼ਰਧਾਂਜਲੀ ਦੇ ਰੂਪ ਵਿੱਚ ਲਿਖੀ ਗਈ ਇਹ ਕਵਿਤਾ ਮੂਲ ਰੂਪ ਵਿੱਚ ਹਿੰਦੀ ਵਿੱਚ ਹੈ। ਮੈਂ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ। ਕਵਿਤਾ ਕਹਿੰਦੀ ਹੈ, ਉਹ ਬਹੁਤ ਚੰਗਾ ਸੀ, ਬਹੁਤ ਚੰਗਾ। ਜੇ ਉਹ ਚੰਗਾ ਸੀ ਤਾਂ ਜਿਉਂਦੇ ਜੀ ਉਸ ਨੂੰ ਉਸ ਦੀ ਚੰਗਿਆਈ ਦਾ ਹਿਸਾਬ ਕਿਉਂ ਨਹੀਂ ਦਿੱਤਾ? ਜਦੋਂ ਉਹ ਪੁੱਛ ਰਿਹਾ ਸੀ ਤਾਂ ਉਸ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ? ਉਹ ਪੁੱਛਦਾ ਰਿਹਾ ਕਿ ਮੇਰੀ ਜ਼ਿੰਦਗੀ ਵਿੱਚ ਦੁੱਖ ਦੇ ਸਿਵਾ ਹੋਰ ਕੁਝ ਕਿਉਂ ਨਹੀਂ ਹੈ? ਤਾਂ ਆਪ ਨੇ ਕੀ ਕੀਤਾ? ਆਪ ਕੋਝਾ ਜਿਹਾ ਹੱਸ ਕੇ ਕਹਿ ਦਿੰਦੇ ਸੀ, ਹਾ 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 ਹਾ, ਤੂੰ ਇਸ ਦੇ ਸਿਵਾਏ ਕੁਝ ਹੋਰ ਵੀ ਪੁੱਛੇਂਗਾ ਭਲਾ? ਕਾਸ਼ ਇਹਨਾਂ ਹਾਸੇ ਠਹਾਕਿਆਂ ਦੇ ਸਿਲਸਿਲੇ ਨੂੰ ਤੋੜ ਕੇ ਵੇਖਿਆ ਹੁੰਦਾ। ਕਾਸ਼ ਜਿੰਨੀ ਵਾਰ ਅੱਜ ਉਸਨੂੰ ਅਲਵਿਦਾ ਕਿਹਾ ਹੈ, ਉਹਨਾਂ ਰਾਹਾਂ 'ਤੇ ਉਸਨੂੰ ਮੁੜ ਕੇ ਦੇਖ ਲਿਆ ਹੁੰਦਾ ਕਿ ਉਹ ਉਦੋਂ ਕਿੱਥੇ ਗਿਆ ਸੀ। ਉਹ ਘਰ ਨਹੀਂ ਸੀ ਜਾਂਦਾ, ਕਿਤੇ ਹਨੇਰੇ ਵਿੱਚ ਬਹਿ ਕੇ ਇਕੱਲਾ ਰੋਂਦਾ ਸੀ। ਕਹਿੰਦਾ ਸੀ, ਕਿਉਂ ਚਾਰੇ ਪਾਸਿਓਂ ਦੁੱਖ ਮੇਰੇ ਪਿੱਛੇ ਪੈ ਗਏ ਨੇ। ਮੋਈ ਮਾਂ ਨੂੰ ਯਾਦ ਕਰਦਾ ਕਹਿੰਦਾ, ਕਿਉਂ ਮਾਂ, ਕਿਉਂ ਇੰਨਾ ਦੁੱਖ ਹੈ? ਕਿਉਂ ਮੈਨੂੰ ਇੰਨਾ ਦੁੱਖ ਮਿਲ ਰਿਹਾ? ਮੈਂ ਇਕੱਲਾ ਹਾਂ ਮਾਂ, ਤੂੰ ਵੀ ਮੈਨੂੰ ਛੱਡ ਕੇ ਤੁਰ ਗਈ। ਤੁਸੀਂ ਸਭ ਜਾਣਦੇ ਸੀ ਕਿ ਉਹ ਕੁਝ ਦਿਨਾਂ ਤੋਂ ਅਲੱਗ-ਅਲੱਗ ਜਿਹਾ ਰਹਿੰਦਾ ਸੀ, ਟੁੱਟਿਆ ਜਿਹਾ ਰਹਿੰਦਾ ਸੀ। ਕਿਹਾ ਸੀ ਉਸਨੇ ਮਿਲੋ, ਮੁਲਾਕਾਤਾਂ ਕਰਨੀਆਂ ਨੇ ਜੋ ਕਿਸੇ ਹੋਰ ਨੂੰ ਨਾ ਕਹੀਆਂ, ਤੇਰੇ ਨਾਲ ਉਹ ਗੱਲਾਂ ਬਾਤਾਂ ਕਰਨੀਆਂ ਨੇ। ਤੇ ਤੁਸੀਂ ਕੀ ਕਹਿੰਦੇ ਸੀ? ਕਹਿੰਦੇ ਸੀ ਕਿ ਲਓ ਫੇਰ ਤੋਂ ਸ਼ੁਰੂ ਹੋ ਗਿਆ। 2-3 ਚੁਟਕਲਿਆਂ ਜਿਹੇ ਸੁਨੇਹੇ ਉਸਨੂੰ ਭੇਜ ਦਿੰਦੇ ਤੇ ਕਹਿੰਦੇ ਸੀ ਉਹ ਸੰਭਲ ਜਾਵੇਗਾ, ਆਪੇ ਸੰਭਲ ਜਾਵੇਗਾ, ਚੰਗਾ ਆਦਮੀ ਹੈ ਨਾ, ਆਪੇ ਹੀ ਸੰਭਲ ਜਾਵੇਗਾ। ਕਾਸ਼ ਉਸਨੂੰ ਅਹਿਸਾਸ ਕਰਵਾ ਦਿੱਤਾ ਹੁੰਦਾ। ਕਾਸ਼ ਬਿਨਾਂ ਵਜ੍ਹਾ ਗਲ ਲਾ ਲਿਆ ਹੁੰਦਾ, ਆਪਣੇ ਕੋਲ ਬਿਠਾ ਲਿਆ ਹੁੰਦਾ। ਕਾਸ਼ ਇਹ ਜਾਣ ਲੈਂਦੇ ਕਿ ਉਹ ਹਰ ਰੋਜ਼ ਬਿਨਾਂ ਕੁਝ ਖਾਧੇ ਬੇਹੋਸ਼ ਕਿਉਂ ਹੋ ਜਾਂਦਾ ਹੈ। ਕਾਸ਼ ਇਹ ਸਮਝਦੇ ਕਿ ਉਹ ਬੋਲਦੇ ਬੋਲਦੇ ਅਚਾਨਕ ਖਾਮੋਸ਼ ਕਿਉਂ ਹੋ ਜਾਂਦਾ ਹੈ। ਕਾਸ਼ ਉਸ ਨਾਲ ਲੜ ਲਿਆ ਹੁੰਦਾ। ਕਾਸ਼ ਉਸ ਦੀਆਂ ਘਰ ਦੀਆਂ ਕੰਧਾਂ ਤੋਂ ਜ਼ਿਆਦਾ ਉਸ ਦੇ ਚਿਹਰੇ ਨੂੰ ਪੜ੍ਹ ਲਿਆ ਹੁੰਦਾ। ਉਸ ਦੀ ਕਬਰ ਤੋਂ ਇੱਕ ਹੀ ਆਵਾਜ਼ ਆਵੇਗੀ ਹੁਣ। ਉਸ ਦੀ ਕਬਰ ਤੋਂ ਬਸ ਇੱਕ ਹੀ ਆਵਾਜ਼ ਆਵੇਗੀ ਹੁਣ ਕਿ ਅਗਲੀ ਵਾਰ ਮੇਰੇ ਜਿਹਾ ਕੋਈ ਮਿਲੇ, ਤਾਂ ਉਸ ਨਾਲ ਗੱਲਾਂ ਬਾਤਾਂ ਕਰਨੀਆਂ, ਮੁਲਾਕਾਤਾਂ ਕਰਨੀਆਂ, ਉਸ ਦਾ ਦਿਲ ਰੱਖਣਾ, ਉਸ ਦੇ ਘਰ ਜਾ ਉਸ ਨੂੰ ਤੋਹਫੇ ਦੇਣਾ ਤੇ ਉਸ ਮਨਹੂਸ ਭੈੜੇ ਫਾਹੇ ਦੇ ਰੱਸੇ ਨੂੰ ਖਿੜਕੀ 'ਚੋਂ ਬਾਹਰ ਵਗਾ ਮਾਰਨਾ। ਤਾਂ
ਉਹ ਸ਼ਾਇਦ ਜ਼ਿੰਦਗੀ ਜਿਉਣ ਦਾ ਹੌਸਲਾ ਕਰੇਗਾ, ਤਾਂ ਉਹ ਸ਼ਾਇਦ ਖੁਸ਼ ਰਹਿਣ ਦਾ ਫੈਸਲਾ ਕਰੇਗਾ। ਇਹ ਗੱਲਾਂ ਅਸੀਂ ਸਾਰੇ ਜਾਣਦੇ ਹਾਂ, ਅਸੀਂ ਸਭ ਕੁਝ ਜਾਣਦੇ ਹਾਂ, ਪਰ ਅੱਜ ਕਹਿਣਾ ਲਾਜ਼ਮੀ ਸੀ ਤਾਂ ਕਿ ਤੁਹਾਨੂੰ ਕਿਸੇ ਦੇ ਘਰ ਜਾ ਕੇ ਸਫੈਦ ਲਿਬਾਸ ਪਾ ਕੇ ਇਹ ਕਹਿਣਾ ਨਾ ਪਵੇ ਕਿ ਉਹ ਇੱਕ ਚੰਗਾ ਆਦਮੀ ਸੀ, ਉਹ ਇੱਕ ਚੰਗਾ ਆਦਮੀ ਸੀ।